ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕਾ ਅੰਚਲ ਲਾਵੋ ਵਿਖਮ ਨਦੀ ਜਾਏ ਤਰਨੀ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਅਜਾ ਭੁਗੰਤ ਕੰਦ ਮੂਲੰ ਬਸੰਤੇ ਸਮੀਪ ਕੇ ਰਹੇ ਤਤਰ ਗਤੇ ਸੰਸਾਰੇ ਨਾਨਕ ਸੋਗ ਹਰਖੰ ਬਿਆਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹਾਂ ਦੇ ਪਾਤਸ਼ਾਹ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੀ ਹੋਈ ਵਡਭਾਗੀ ਸਾਧ ਸੰਗਤ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਇਹ ਸੁਭਾਗ ਘੜੀ ਸਤਸੰਗ ਦੀ ਸਾਨੂੰ ਪ੍ਰਾਪਤ ਹੋਈ ਹੈ। ਪਾਵਨ ਬਾਣੀ ਸਹਿਸਕ੍ਰਿਤੀ ਸ਼ਲੋਕ ਜੋ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੇ ਹਨ, ਇਹਨਾਂ ਦੀ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਕੱਲ 40ਵੇਂ ਸ਼ਲੋਕ ਦੀ ਵਿਚਾਰ ਸਰਵਣ ਕਰ ਰਹੇ ਸੀ, ਜਿਸ ਵਿੱਚ ਸਤਿਗੁਰੂ ਜੀ ਨੇ ਪੂਰਨ ਪੁਰਖ ਦੇ, ਜਿਸ ਨੂੰ ਸੰਤ ਕਿਹਾ ਜਾਂਦਾ ਹੈ, ਸਾਧੂ ਕਿਹਾ ਜਾਂਦਾ ਹੈ, ਗੁਰਮੁਖ ਕਿਹਾ ਜਾਂਦਾ ਹੈ, ਸੇਵਕ ਕਿਹਾ ਜਾਂਦਾ ਹੈ, ਉਸ ਦੇ 6 ਲੱਛਣ ਦੱਸੇ ਹਨ। ਇਹ 6 ਲੱਛਣ ਇਹ ਨਹੀਂ ਹੈ ਕਿ ਅਸੀਂ ਬਾਹਰ ਲੋਕਾਂ ਵਿੱਚ ਵੇਖਦੇ ਹਨ ਕਿ ਕਿਸੇ ਦੇ ਅੰਦਰ ਇਹ 6 ਲੱਛਣ ਹੋਣ ਤੇ ਸਾਨੂੰ ਕੋਈ ਅਜਿਹਾ ਮਿਲੇ ਸਾਡਾ ਪਾਰ ਉਤਾਰਾ ਕਰੇ। ਅਸਲ ਵਿੱਚ ਇਹ ਲੱਛਣਾਂ ਦੇ ਧਾਰਨੀ ਅਸੀਂ ਬਣਨਾ ਹੈ। ਗੁਰੂ ਮਹਾਰਾਜ ਆਪਣੇ ਹਰ ਗੁਰਸਿੱਖ ਨੂੰ ਹੀ ਸੰਤ ਬਣਾਉਣਾ ਚਾਹੁੰਦੇ ਹਨ। ਇਹ ਨਹੀਂ ਹੈ ਕਿ ਗੁਰੂ ਦਾ ਸਿੱਖ ਹੋਵੇ ਤੇ ਬਾਹਰ ਭਾਲਦਾ ਫਿਰੇ ਕਿ ਸੰਤ ਮਿਲੇ ਕੋਈ ਇਹੋ ਜਿਹੇ ਲੱਛਣਾਂ ਵਾਲਾ, ਫਿਰ ਮੇਰਾ ਪਾਰ ਉਤਾਰਾ ਹੋਏਗਾ। ਇੰਝ ਤਾਂ ਕਈ ਜਨਮ ਲੰਘ ਜਾਣਗੇ, ਬੜੀ ਮੁਸ਼ਕਿਲ ਹੈ। ਸੋ ਜੋ ਕੁਝ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਇਹ ਅਸੀਂ ਕਮਾਉਣਾ ਹੈ, ਇਸ ਦੀ ਕਮਾਈ ਅਸੀਂ ਕਰਨੀ ਹੈ। ਉਪਦੇਸ਼ ਸਾਡੇ ਵਾਸਤੇ ਹੈ। ਜਿਹੜਾ ਕਮਾ ਲੈਂਦਾ ਹੈ ਉਸ ਨੂੰ ਮਹਾਰਾਜ ਨੇ ਸੰਤ ਕਿਹਾ ਹੈ।
ਉਸੇ ਨੂੰ ਹੀ ਗੁਰਮੁਖ ਕਿਹਾ ਹੈ, ਸਾਧੂ ਕਿਹਾ ਹੈ। ਉਸ ਦਾ ਕੇਵਲ ਲੋਕ ਹੀ ਸਤਿਕਾਰ ਨਹੀਂ ਕਰਦੇ, ਗੁਰੂ ਮਹਾਰਾਜ ਆਪ ਵੀ ਅਜਿਹੇ ਜਨ ਨੂੰ ਨਮਸਕਾਰ ਕਰਦੇ ਹਨ। ਬਚਨ ਹੈ ਮਹਾਰਾਜ ਦਾ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗ ਤਰਾਇਆ। ਜਨ ਆਮਨ ਕਾ ਹੈ ਸੁਆਉ, ਜਨ ਕੈ ਸੰਤ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਸੋ ਇਹ ਜਿਹੜੇ 5-6 ਗੁਣ ਹਨ, ਇਹ ਅਸੀਂ ਧਾਰਨ ਕਰਨੇ ਹਨ। ਹਾਂ, ਜੇ ਕੋਈ ਅਜਿਹੇ ਗੁਣਾਂ ਵਾਲਾ ਗੁਰੂ ਪਿਆਰਾ ਸਾਨੂੰ ਮਿਲਦਾ ਹੈ ਤਾਂ ਸਤਿਕਾਰਯੋਗ ਹੈ। ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਸੀ, ਉਹ ਨਮਸਕਾਰ ਕਰਨ ਦੇ ਯੋਗ ਹੈ। ਉਸ ਦੇ ਨਾਲ ਪਿਆਰ ਰੱਖਣਾ ਹੈ, ਉਸ ਦਾ ਸਤਿਕਾਰ ਮਨ ਦੇ ਵਿੱਚ ਰੱਖਣਾ ਹੈ। ਬਾਕੀ ਸੰਸਾਰ ਨੂੰ ਨਫ਼ਰਤ ਨਹੀਂ ਕਰਨੀ। ਇਹ ਨਹੀਂ ਹੈ ਕਿ ਜੇ ਕੋਈ ਅਜਿਹੇ ਗੁਣਾਂ ਵਾਲਾ ਨਹੀਂ ਹੈ ਤਾਂ ਅਸੀਂ ਨਫ਼ਰਤ ਕਰੀਏ। ਹਾਂ, ਇੱਕ ਗੱਲ ਦਾ ਜ਼ਰੂਰ ਗੁਰਸਿੱਖ ਨੇ ਖਿਆਲ ਰੱਖਣਾ ਹੈ ਕਿ ਸੰਸਾਰ ਦੇ ਵਿੱਚ ਚੰਦੂ ਵਰਗੇ, ਗੰਗੂ ਵਰਗੇ, ਸੁੱਚੇ ਨੰਦ ਵਰਗੇ ਵੀ ਹਨ, ਜਿਨ੍ਹਾਂ ਦਾ ਕੰਮ ਵਿਗਾੜਨਾ ਹੀ ਵਿਗਾੜਨਾ ਹੈ, ਬੁਰਾ ਹੀ ਬੁਰਾ ਕਰਨਾ ਹੈ। ਦੂਸਰੇ ਪਾਸੇ ਗੁੰਮੇ ਮਾਛੀ ਵਰਗੇ, ਇਸੇ ਤਰ੍ਹਾਂ ਹੀ ਮੋਤੀ ਰਾਮ ਮਹਿਰੇ ਵਰਗੇ, ਟੋਡਰ ਮੱਲ ਵਰਗੇ ਵੀ ਹਨ। ਇਹ ਸਦਾ ਹੀ ਭਲਾ ਕਰਨ ਵਾਲੇ ਲੋਕ ਹਨ। ਹੈ ਦੋਵੇਂ ਹੀ ਸੰਸਾਰ ਵਿੱਚ ਵਿਚਰੇ। ਪਹਿਚਾਣ ਗੁਰਸਿੱਖ ਨੇ ਗੁਰਬਾਣੀ ਦੀ ਕਸੌਟੀ ਉੱਤੇ ਲਾ ਕੇ ਕਰਨੀ ਹੈ। ਕੋਸ਼ਿਸ਼ ਆਪਣੇ ਜੀਵਨ 'ਚ ਇਹ ਕਰਨੀ ਹੈ ਕਿ ਜਿਹੜਾ ਇਨਸਾਨ ਗੁਰਬਾਣੀ ਦੀ ਕਸੌਟੀ ਉੱਤੇ ਪੂਰਾ ਨਹੀਂ ਉਤਰਦਾ ਹੈ, ਉਸ ਦੇ ਨਾਲ ਜਿਹੜਾ ਮੇਲ ਜੋੜ ਹੈ ਬਹੁਤਾ ਨਹੀਂ ਰੱਖਣਾ ਹੈ। ਹਾਂ, ਸੰਸਾਰੀ ਤੌਰ ਦੇ ਉੱਤੇ ਬੋਲਣਾ ਨਹੀਂ ਛੱਡਣਾ, ਕਿਉਂਕਿ ਸੰਸਾਰ 'ਚ ਰਹਿਣਾ ਹੈ। ਹੋ ਸਕਦਾ ਹੈ ਕਿਸੇ ਸਮੇਂ ਸਾਡੇ ਤੋਂ ਵੀ ਚੰਗੇ ਜੀਵਨ ਵਾਲਾ ਬਣ ਜਾਵੇ। ਇਸ ਕਰਕੇ ਅਜਿਹਾ ਨਹੀਂ ਸੋਚਣਾ ਕਿ ਮੇਰੇ ਵਿੱਚ ਇਹ ਗੁਣ ਹਨ, ਕਿਸੇ ਹੋਰ ਵਿੱਚ ਨਹੀਂ ਹਨ ਤਾਂ ਮੈਂ ਨਫ਼ਰਤ ਕਰਾਂ। ਅਜਿਹਾ ਨਹੀਂ, ਪਰ ਪਹਿਚਾਣ ਜ਼ਰੂਰ ਰੱਖਣੀ ਹੈ ਕਿ ਕਿਹੜਾ ਸਾਡਾ ਅਤੇ ਦੂਸਰਿਆਂ ਦਾ ਭਲਾ ਕਰਨ ਵਾਲਾ ਹੈ ਤੇ ਕਿਹੜਾ ਖੁਦਗਰਜ਼ ਹੈ, ਆਪਣੇ ਸਵਾਰਥ ਨੂੰ ਪੂਰਨ ਕਰਨ ਵਾਸਤੇ ਹੈ। ਸੋ ਮਹਾਰਾਜ ਨੇ ਪਹਿਲਾ ਗੁਣ ਇਹ ਦੱਸਿਆ ਸੰਤ ਦਾ ਕਿ ਵਾਹਿਗੁਰੂ ਪਰਮੇਸ਼ਰ ਵਿੱਚ ਧਿਆਨ ਧਰ ਕੇ ਪਰਮੇਸ਼ਰ ਦੇ ਨਾਮ ਨੂੰ ਲਿਖਦਾ ਹੈ, ਆਪਣੇ ਧਿਆਨ ਵਿੱਚ ਸਰਵਿਆਪਕ ਵਾਹਿਗੁਰੂ ਨੂੰ ਰੱਖਦਾ ਹੈ। ਉਸ ਦਾ ਗਿਆਨ ਇਹ ਹੈ ਕਿ ਨਿਰਵੈਰ ਜੀਵਨ ਜਿਉਂਦਿਆਂ ਹੋਇਆਂ ਦੁੱਖ ਅਤੇ ਸੁੱਖ ਵਿੱਚ ਸਮ ਵਿਅਕਤੀ ਕਰਦਾ ਹੈ। ਚਾਹੇ ਦੁੱਖ ਆ ਗਿਆ, ਚਾਹੇ ਸੁੱਖ ਆ ਗਿਆ, ਪ੍ਰਭੂ ਦੀ ਰਜ਼ਾ ਵਿੱਚ ਰਹਿੰਦਾ ਹੈ। ਤੀਸਰਾ ਗੁਣ ਇਹ ਹੈ ਕਿ ਦਿਆਲੂ ਹੈ। ਪੰਜਾਂ ਵਿਕਾਰਾਂ ਨੂੰ ਵਸ ਕਰਕੇ, ਆਪਣੇ ਅਧੀਨ ਕਰਕੇ ਸਾਰਿਆਂ ਹੀ ਜੀਵਾਂ ਦੇ ਉੱਤੇ, ਸਾਰਿਆਂ ਦੇ ਉੱਤੇ ਹੀ ਦਇਆ ਕਰਦਾ ਹੈ। ਇਸੇ ਤਰ੍ਹਾਂ ਤੀਸਰਾ ਗੁਣ ਦਾ ਇਹ ਹੈ ਕਿ ਮਾਇਆ ਵਿੱਚ ਨਿਰਲੇਪ ਰਹਿੰਦਿਆਂ ਹੋਇਆਂ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਆਪਣਾ ਭੋਜਨ ਬਣਾ ਕੇ ਰੱਖਦਾ। ਭੋਜਨ ਉਸਦਾ ਇਹ ਹੈ। ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਰੱਖਦਿਆਂ ਹੋਇਆਂ, ਚਾਹੇ ਕੋਈ ਸ਼ਤਰੂ ਹੈ, ਚਾਹੇ ਕੋਈ ਮਿੱਤਰ ਹੈ, ਉਸ ਨੂੰ ਇੱਕੋ ਜਿਹਾ ਹੀ ਉਪਦੇਸ਼ ਦਿੰਦਾ ਹੈ। ਛੇਵਾਂ ਗੁਣ ਇਹ ਹੈ ਕਿ ਨਿਮਰਤਾ ਵਿੱਚ ਰਹਿ ਕੇ ਉਹ ਸੰਸਾਰਕ ਜੀਵਨ ਜਿਉਂਦਾ ਹੈ, ਸਾਰਿਆਂ ਦੇ ਚਰਨਾਂ ਦੀ ਰਿਣ ਬਣ ਕੇ ਰਹਿੰਦਾ ਹੈ, ਨਾ ਕਿਸੇ ਦੀ ਨਿੰਦਿਆ ਕਰਦਾ ਹੈ, ਨਾ ਕਿਸੇ ਦੀ ਨਿੰਦਿਆ ਸੁਣਦਾ ਹੈ। ਇਹ ਛੇਵਾਂ ਗੁਣ ਹੈ ਪੂਰਨ ਪੁਰਖ ਦਾ। ਇਹ 6 ਹੀ ਗੁਣ ਜਿਹੜੇ ਹਨ, ਇਹ ਪੂਰਨ ਪੁਰਖ ਕੌਣ ਹੈ? ਦਸਮ ਪਾਤਸ਼ਾਹ ਨੇ ਉਸ ਨੂੰ ਖਾਲਸਾ ਕਿਹਾ ਹੈ। ਗੁਰਬਾਣੀ ਵਿੱਚ ਉਸ ਨੂੰ ਸੰਤ ਕਿਹਾ ਹੈ, ਸਾਧ ਕਿਹਾ ਹੈ, ਗੁਰਮੁਖ ਕਿਹਾ ਹੈ। ਦਸਮ ਪਾਤਸ਼ਾਹ ਨੇ ਉਸ ਨੂੰ ਖਾਲਸਾ ਕਿਹਾ ਹੈ। ਖਾਲਸਾ ਜਿਵੇਂ ਸੰਤ ਬਾਰੇ ਮਹਾਰਾਜ ਨੇ ਕਿਹਾ, ਸਾਧੂ ਬਾਰੇ ਕਿਹਾ, ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਸੰਤ ਅਨੰਤ ਹੈ ਅੰਤਰ ਨਾਹੀ। ਰੱਬ ਅਤੇ ਸਾਧੂ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ ਹੈ। ਇਸੇ ਤਰ੍ਹਾਂ ਹੀ
ਖਾਲਸਾ ਗੁਰੂ ਦਾ ਹੀ ਰੂਪ ਬਣ ਜਾਂਦਾ ਹੈ। ਗੁਰੂ ਨੇ ਆਪਣੇ ਵਿੱਚ ਆਪੇ ਕਰ ਲਿਆ ਹੈ, ਆਪਣਾ ਹੀ ਰੂਪ ਉਸ ਨੂੰ ਬਖਸ਼ ਦਿੱਤਾ ਹੈ। ਇਹ 6 ਗੁਣਾਂ ਦੇ ਧਾਰਨੀ ਅਸੀਂ ਸਾਰਿਆਂ ਨੇ ਹੀ ਬਣਨਾ ਹੈ। ਆਪਣੇ ਅੰਦਰ ਝਾਤੀ ਮਾਰਨੀ ਹੈ, ਗੁਰਬਾਣੀ ਪੜ੍ਹਦਿਆਂ ਹੋਇਆਂ ਆਪਣੇ ਜੀਵਨ ਦੇ ਵਿੱਚ ਸਮੇਂ-ਸਮੇਂ ਝਾਤੀ ਮਾਰਦੇ ਰਹਿਣਾ ਹੈ ਕਿ ਕੀ ਇਹਨਾਂ ਵਿੱਚੋਂ ਮੇਰੇ ਅੰਦਰ ਕੋਈ ਗੁਣ ਆਇਆ ਹੈ। ਜੇ ਨਹੀਂ ਆਇਆ ਹੈ ਤਾਂ ਕੋਸ਼ਿਸ਼ ਕਰਨੀ ਹੈ, ਅਰਦਾਸ ਕਰਨੀ ਹੈ ਕਿ ਸਾਡੇ ਅੰਦਰ ਇਹ ਗੁਣ ਆਵੇ। ਜੇ ਆ ਗਿਆ ਹੈ ਤਾਂ ਇਸ ਗੁਣ ਨੂੰ ਧਾਰਨ ਕਰਕੇ ਅਜਰ ਨੂੰ ਜਰਨਾ ਵੀ। ਇਹ ਨਹੀਂ ਕਿ ਜੇ ਸਾਡੇ ਅੰਦਰ ਗੁਣ ਆ ਗਿਆ ਹੈ ਤਾਂ ਅਸੀਂ ਹੰਕਾਰੀ ਹੋ ਜਾਈਏ, ਅਸੀਂ ਦੂਸਰਿਆਂ ਨੂੰ ਕੁਛ ਵੀ ਨਾ ਸਮਝੀਏ। ਇਸ ਕਰਕੇ ਇਸ ਗੱਲ ਤੋਂ ਮਹਾਰਾਜ ਨੇ ਸਾਵਧਾਨਤਾ ਬਖਸ਼ਿਸ਼ ਕੀਤੀ ਹੈ। ਅੱਜ ਬਖਸ਼ਿਸ਼ ਕੀਤੀ ਹੈ, 41ਵਾਂ ਸ਼ਲੋਕ ਆਪਾਂ ਸਰਵਣ ਕੀਤਾ ਹੈ। ਉਦਾਹਰਨ ਦਿੱਤੀ ਹੈ ਮਹਾਰਾਜ ਨੇ ਕਿ ਜੇ ਬੱਕਰੀ ਨੂੰ ਸ਼ੇਰ ਦੇ ਲਾਗੇ ਬੰਨ੍ਹ ਦਿੱਤਾ ਜਾਵੇ ਤੇ ਉਸ ਬੱਕਰੀ ਨੂੰ ਚੰਗੀ ਖੁਰਾਕ ਦਿੱਤੀ ਜਾਵੇ, ਚੰਗਾ ਖਾਣ ਪੀਣ ਨੂੰ ਦਿੱਤਾ ਜਾਵੇ। ਕੰਦ ਮੂਲ ਦਾ ਅਰਥ ਹੈ ਚੰਗੀ ਖੁਰਾਕ। ਵੈਸੇ ਗਾਜਰਾਂ ਮੂਲੀਆਂ ਨੂੰ ਕੰਦ ਮੂਲ ਕਿਹਾ ਹੈ, ਪਰ ਇੱਥੇ ਚੰਗੀ ਖੁਰਾਕ ਹੈ। ਬੱਕਰੀ ਦੀ ਖੁਰਾਕ ਗਾਜਰਾਂ ਮੂਲੀਆਂ ਨਹੀਂ ਹਨ, ਉਹ ਤਾਂ ਪੱਤੇ ਖਾਂਦੀ ਹੈ। ਸੋ ਉਸ ਦੇ ਲਾਗੇ ਬੱਧੀ ਹੋਈ ਬੱਕਰੀ ਭਾਵੇਂ ਚੰਗਾ ਖਾਣਾ ਖਾਂਦੀ ਹੈ, ਖੁਸ਼ ਹੈ, ਮੈਨੂੰ ਚੰਗਾ ਖਾਣਾ ਮਿਲਦਾ ਹੈ, ਪਰ ਸ਼ੇਰ ਦਾ ਘਰ ਜਿਹੜਾ ਹੈ ਇਹ ਉਸ ਨੂੰ ਉਸ ਖੁਸ਼ੀ ਨੂੰ ਫਿਰ ਥੱਲੇ ਲੈ ਜਾਂਦਾ ਹੈ। ਮਨ ਚ ਡਰ ਹੈ, ਪਤਾ ਨਹੀਂ ਕਿਹੜੇ ਵੇਲੇ ਸ਼ੇਰ ਨੇ ਖਾਇਆ। ਸੰਸਾਰ ਦੇ ਵਿੱਚ ਵਿਚਰਦਿਆਂ ਤਤਰਗਤੇ ਇਸੇ ਹੀ ਤਰ੍ਹਾਂ ਸੰਸਾਰ ਹੈ। ਸੰਸਾਰ ਦੇ ਵਿਚਰਦਿਆਂ ਹੋਇਆਂ ਸੋਗ ਅਤੇ ਹਰਖ, ਭਾਵ ਖੁਸ਼ੀ ਅਤੇ ਗਮੀ, ਇਹ ਦੋਵੇਂ ਵਿਆਪਦੇ ਹਨ। ਜਦੋਂ ਖੁਸ਼ੀ ਦਾ ਸਮਾਂ ਆਉਂਦਾ ਹੈ ਉਸ ਦੇ ਨਾਲ ਹੀ ਗਮੀ ਦਾ ਸਮਾਂ ਵੀ ਨਾਲ ਹੀ ਆਉਣ ਵਾਲਾ ਹੁੰਦਾ ਹੈ। ਇਹ ਮਤ ਖਿਆਲ ਕਰਨਾ ਕਿ ਜੇ ਅੱਜ ਖੁਸ਼ੀ ਦਾ ਸਮਾਂ ਆ ਗਿਆ ਹੈ ਤਾਂ ਮੁੜ ਕੇ ਗਮੀ ਦਾ ਸਮਾਂ ਆਉਣਾ ਹੀ ਨਹੀਂ, ਅਸੀਂ ਇਸ ਗੱਲ ਨੂੰ ਭੁੱਲ ਜਾਈਏ। ਇਹ ਬਿਲਕੁਲ ਇਸੇ ਤਰ੍ਹਾਂ ਹੀ ਹੈ। ਸੰਸਾਰੇ ਵਿਚਰਦਿਆਂ ਹੋਇਆਂ ਜੇ ਕੋਈ ਖੁਸ਼ੀਆਂ ਮਿਲਦੀਆਂ ਹਨ ਕਿਸੇ ਨੂੰ ਤਾਂ ਨਾਲ ਹੀ ਜਿੰਨਾ ਕੁ ਇਸ ਦੇ ਨਾਲ ਖੁਸ਼ ਹੋ ਕੇ ਜਿੰਨਾ ਕੁ ਆਪਣੇ ਆਪ ਨੂੰ ਚੰਗਾ ਸਮਝਦਾ ਹੈ, ਜਦੋਂ ਕੋਈ ਸੋਗ ਦੀ ਗੱਲ ਆਉਂਦੀ ਹੈ ਤਾਂ ਇੱਕਦਮ ਰੋਣਾ ਪਿੱਟਣਾ ਸ਼ੁਰੂ ਹੋ ਜਾਂਦਾ ਹੈ। ਫਿਰ ਉਹ ਸਾਰਾ ਕੁਝ ਉੱਥੇ ਬੱਕਰੀ ਵਾਲਾ ਹਾਲਤ ਹੋ ਜਾਂਦੀ ਹੈ ਜਿਸ ਨੂੰ ਸ਼ੇਰ ਦੇ ਲਾਗੇ ਪਤਾ ਹੈ। ਭਾਵ ਖਾਣ ਪੀਣ ਨੂੰ ਬਹੁਤ ਮਿਲ ਜਾਵੇ ਸੰਸਾਰ, ਚੰਗੀਆਂ ਚੀਜ਼ਾਂ, ਸਾਰੇ ਪਦਾਰਥ ਹੋਣ ਸਾਡੇ ਕੋਲ, ਲੇਕਿਨ ਫਿਰ ਦੁੱਖ ਦਾ ਜਿਹੜਾ ਸਮਾਂ ਹੈ ਉਸ ਦਾ ਘਰ ਮਨ ਹੀ ਬਣਿਆ ਰਹਿੰਦਾ ਹੈ। ਸ਼ਲੰ ਸ਼ਿਦਰੰ ਕੋਟ ਵਿਘਨੰ ਅਪਰਾਧੰ ਕਿਲ ਵਿਖਮਾਨੰ ਪਰਮ ਮੋਹੰ ਮਾਨ ਅਪਮਾਨੰ ਮਦਨ ਮਾਇਆ ਵਿਆਪਤੰ। ਕੋਈ ਛਲ ਕਰਨ ਵਾਲਾ ਹੋਵੇ, ਧੋਖਾ ਦੇਣ ਵਾਲਾ ਇਨਸਾਨ ਹੋਵੇ, ਦੂਜਿਆਂ ਨੂੰ ਧੋਖਾ ਦੇਵੇ, ਸ਼ਿਦਰੰ ਦੂਜਿਆਂ ਦੇ ਐਬ ਫਰੋਲਦਾ ਹੋਵੇ ਕਿ ਇਹ 'ਚ ਆਹ ਨੁਕਸ ਹੈ, ਇਹ 'ਚ ਆਹ ਨੁਕਸ ਹੈ, ਇਹ 'ਚ ਆਹ ਨੁਕਸ ਹੈ, ਆਪਣੇ ਵੱਲਾਂ ਝਾਤੀ ਮਾਰਦਾ ਹੋਵੇ। ਕੋਟ ਵਿਘਨੰ ਦੂਜਿਆਂ ਦੇ ਕੰਮਾਂ ਵਿੱਚ ਕੇ ਪਾਉਂਦਾ ਹੋਵੇ, ਵਿਘਨ ਪਾਉਂਦਾ ਹੋਵੇ। ਅਪਰਾਧਨ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਅਪਰਾਧ ਕਰਦਾ ਹੋਵੇ। ਕਿਲ ਵਿਖਮਲਨ ਪਾਪੀ ਪਾਪ ਕਰਦਾ ਹੋਵੇ ਔਰ ਭੈੜੇ ਕੰਮ ਮਲਨ ਮਲੀਨ ਕੰਮ ਕਰਦਾ ਹੋਵੇ। ਪਰਮ ਮੋਹਨ ਮਾਨ ਅਪਮਾਨ ਪਰ ਭਟਕਦਾ ਹੈ, ਉਸਦਾ ਮਨ ਭਟਕ ਰਿਹਾ ਹੋਵੇ, ਮੋਹ ਦੇ ਵਿੱਚ ਫਸਿਆ ਹੋਇਆ ਹੋਵੇ। ਕਦੀ ਸਨਮਾਨ ਮਿਲਣ ਲੱਗ ਪਿਆ ਦੁਨੀਆ ਵਿੱਚ, ਕਦੀ ਫਿਰ ਨਾਰਾਜ਼ਗੀ ਹੋਣ ਲੱਗ ਪਈ। ਇਸ ਤਰ੍ਹਾਂ ਜੀਵਨ ਜਿਉਂਦਾ ਹੋਵੇ। ਮਾਇਆ ਵਿਆਪਤੰ ਸਮਝ ਲਓ ਕਿ ਮਾਇਆ ਦਾ ਪ੍ਰਭਾਵ ਹੈ। ਇਹ ਮਾਇਆ ਦਾ ਪ੍ਰਭਾਵ ਹੈ। ਮਾਇਆ ਦੇ ਪ੍ਰਭਾਵ ਕਰਕੇ ਹੀ ਆਹ ਜਿਹੜੀਆਂ ਸਾਡੇ ਲੱਛਣ ਦਿੰਦੇ ਹਨ ਇਹ ਸਾਡੇ ਸਾਹਮਣੇ ਆਉਂਦੇ ਹਨ ਕਿ ਆਹ ਇਨਸਾਨ ਜਿਹੜਾ ਹੈ, ਵੇਖੋ ਤੇ ਸੰਤ ਦੀ ਗੱਲ ਕਰ ਦਿੱਤੀ ਆ, ਇੱਥੇ ਫਿਰ ਆ ਕੇ ਦੂਸਰਾ ਪਾਸਾ ਲੈ ਲਿਆ ਕਿ ਇਹੋ ਜਿਹੇ ਵੀ ਲੋਕ ਹੁੰਦੇ ਹਨ ਸੰਸਾਰ ਦੇ ਵਿੱਚ ਜਿਹੜੇ ਧੋਖਾ ਕਰਦੇ ਹਨ, ਦੂਜਿਆਂ ਦੇ ਐਬ ਕੱਢਦੇ ਹਨ, ਦੂਜਿਆਂ ਦੇ ਕੰਮਾਂ 'ਚ ਵਿਘਨ ਪਾਉਂਦੇ ਹਨ, ਬੜੇ ਘੋਰ ਪਾਪ ਕਰਦੇ ਹਨ, ਭਟਕਦੇ ਰਹਿੰਦੇ ਹਨ। ਆਪ ਤਾਂ ਭਟਕਦੇ ਨੇ, ਦੂਜਿਆਂ ਨੂੰ ਵੀ ਦੁਖੀ ਕਰਦੇ ਹਨ। ਜੇ ਕਿਤੇ ਕੋਈ ਚੰਗਾ ਕੰਮ ਹੁੰਦਾ ਹੈ ਆਪੇ ਤੋਂ ਬਾਹਰ ਹੋ ਜਾਂਦੇ ਹਨ,
बड़े हंकारे हुए होंगे, मदन बड़े हंकारे हुए होंगे। मृत जन्म परमंत नरकै अंक पावन न सिद्धियते। ते अजिहे इंसान भी ਜਿਹੜੇ ਜਨਮ ਮਰਨ ਦੇ ਚੱਕਰ ਦੇ ਵਿੱਚ ਪੈ ਰਹਿੰਦੇ ਹਨ, ਨਰਕਾਂ ਨੂੰ ਭੋਗਦੇ ਹਨ, ਸੰਸਾਰ ਵਿੱਚ ਵਿਚਰਦਿਆਂ ਹਨ, ਅੰਕ ਕੋ ਪਾਵਨ ਨਾ ਸਿੱਧੇ। ਇਹ ਮਾਇਆ ਦੇ ਇਸ ਪ੍ਰਭਾਵ ਤੋਂ ਕੋਈ ਨਹੀਂ ਬਚ ਸਕਦਾ। ਜਿੰਨੇ ਮਰਜ਼ੀ ਉਪਾਅ ਕਰ ਲੈ, ਤੀਰਥਾਂ ਤੇ ਜਾਵੇ, ਇਸ਼ਨਾਨ ਕਰੇ, ਦਾਨ ਕਰੇ, ਹੋਰ ਪੁੰਨ ਦੇ ਕਰਮ ਕਰੇ, ਇਹਨਾਂ ਦੇ ਪ੍ਰਭਾਵ ਤੋਂ ਕੋਈ ਇਨਸਾਨ ਨਹੀਂ ਬਚ ਸਕਦਾ। ਕਿਵੇਂ ਬਚ ਸਕਦਾ ਹੈ? ਮਹਾਰਾਜ ਕਹਿੰਦੇ ਨਿਰਮਲੰ ਸਾਧ ਸੰਗੈ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤੇ। ਹੋ ਸਕਦਾ ਹੈ ਭਲਾ ਉਸਦਾ ਜੇ ਅਜਿਹਾ ਜਿਸ ਤੇ ਇੱਦਾਂ ਦਾ ਮਾਇਆ ਦਾ ਪ੍ਰਭਾਵ ਅਜਿਹੇ ਕਰਮ ਕਰ ਰਿਹਾ ਹੈ ਤਾਂ ਸਤਸੰਗੀ ਬਣ ਜਾਵੇ। ਜੇ ਕਿਤੇ ਉਹ ਸਤਸੰਗੀ ਬਣ ਜਾਵੇ, ਸਤਸੰਗ ਵਿੱਚ ਆਉਣ ਵਾਲਾ ਪਵੇ ਤੇ ਸਤਸੰਗ ਦੇ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਜਪੇ, परमेश्वर के गुण नित प्रति भाव, ये नहीं कभी आ गया कभी ना आ गया। एक नेम बना ले कि मैं संगत में जाना ही जाना है। जिवें आप होर कामां दे नेम बनाए हैं ना कि आह काम मैं इन्ना चिर करना है, आह काम मैं इन्ना चिर करना है, नितनेम है महाराज ने सानू बख्शा वो करना है। इसी तरह ही ये भी नेम बना ले कि मैं इन्ना समा संगत हाजरी जरूर भरनी है। कोशिश करे दोवें वेले भरी जाए, नहीं तो एक बार दिन दे जरूरी है संगत दे विच आके बैठे। सो ये इस तरीके नाल करना की है, संगत आके अपने आपे नूं भुल जाए। संगत बैठ के ना वेखे कौन आया है कौन गया है, कोई आवे कोई जावे, संगत बैठ के दूजिਆਂ ਦੇ कपड़े ही ना विंधा रहे, यही ना सोचता रहे कि आ फलाना बंदा आ गया है, इन्हें तो मैंने फलाने वेले आ गल कही है। कुछ नहीं लगेगा संगत चाली का इंसान आ कुछ नहीं लगेगा। इत्थे आके सब कुछ ही भुल जावे, ध्यान गुरु के शब्द च रखे, कन्नां दे नाल गुरु उपदेश नूं सुने ते रसना दे नाल वाहिगुरू नाम का जाप करता रहे। इस तरह उसके जीवन तब्दीली आ जाती है। तरण शरण स्वामी रमणशील परमेश्वर है। तरण जहाज, जिवें तरन तारण शहर गुरु अर्जन देव जी ने बताया, तरन का मतलब जहाज, तारण वाला जहाज। सो वाहिगुरु परमेश्वर जो मालिक है वो एक जहाज की न्याई है, जिहड़ा शरण में आउंदा है उसनूं पार लंघा दिंदा है। रमणशील परमेश्वर है, तरह तरह के कौतक करता है, बड़ा चोजी प्रीतम है। करण कारण समर्थ है, फिर सब कुछ कराउण दे कर भी सकता है तो करा भी सकता है। समर्थ है, पूर्ण है, दान देत प्रभु है। तो वाहिगुरू परमेश्वर जो है सबना दा ही दाता है, सबना जियां का सबना दा दाता। जान को दे ते जान को दे, जमी को दे जमा को दे, सब ने दिया। निराश आस करनन सगल अर्थ आले। जे कोई निराश जिंदगी में निराश है इंसान, वो उसका आसरा लेंदा है, उसकी निराशा दूर करता है, उसकी चिंता दूर करता है। सगल अर्थ आले का ਉਹ ਸਾਰਿਆਂ ਹੀ ਪਦਾਰਥਾਂ ਦਾ ਘਰ ਹੈ, ਭਾਵ ਉਸ ਦੇ ਘਰ ਦੇ ਸਾਰੇ ਹੀ ਪਦਾਰਥ ਸਭ ਕੁਝ ਦਾ ਮਾਲਕ ਹੈ। ਗੁਣ ਨਿਦਾਨ ਸਿਮਰੰਤ ਨਾਨਕ ਸਗਲ ਜਚੰਤ ਜਾਚਕੈ। ਜਿਸ ਦੇ ਦਰ ਤੋਂ ਸਾਰੇ ਹੀ ਮੰਗਦੇ ਹਨ, ਸਾਰੇ ਹੀ ਜਿਸ ਦੇ ਦਰ ਦੇ ਮੰਗਦੇ ਹਨ। हे प्यारे, ਅਜਿਹੇ ਸਮਰੱਥ ਵਾਹਿਗੁਰੂ ਦੇ ਜਿਹੜਾ ਸ਼ਰਨ ਆਇਆ ਨੂੰ ਸਾਧਦਾ ਹੈ, जो सब का दाता है और सारे पदार्थों का मालिक है, उस जिसके अगे सारे ही मंगते हैं, उस गुणा के खजाने नूं हे प्यारे सिमरिया कर, याद कराया कर। दुर्गम स्थान सुगमं
ਮਹਾਦੁਖ ਸਰਬ ਸੁਖ ਹੈ। ਜੇ ਤੂੰ ਅਜਿਹੇ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾਵੇਂ ਤਾਂ ਸਦਾ ਆਸਰਾ ਲਵੇਂਗਾ, ਯਾਦ ਕਰੇਗਾ। ਦੁਰਗਮ ਸਥਾਨ ਸੁਗਮ, ਜਿੱਥੇ ਤੱਕ ਤੇਰੀ ਪਹੁੰਚ ਨਹੀਂ ਹੈ, ਜਿੱਥੇ ਤੱਕ ਤੂੰ ਪਹੁੰਚ ਨਹੀਂ, ਜੋ ਤੂੰ ਨਹੀਂ ਕਰ ਸਕਦਾ ਉੱਥੇ ਤੱਕ ਤੇਰੀ ਪਹੁੰਚ ਹੋਵੇਗੀ। ਪਰ ਤੂੰ ਉਹ ਕੁਝ ਕਰਨ ਦੇ ਸਮਰੱਥ ਹੋ ਜਾਵੇਂਗਾ ਜਿਹੜਾ ਤੂੰ ਸੋਚਦਾ ਹੈ ਕਿ ਮੈਂ ਨਹੀਂ ਕਰ ਸਕਦਾ, ਜੇ ਤੂੰ ਉਸ ਰਾਸ ਬਦਲ। ਮਹਾਦੁਖ ਸਰਬ ਸੁਖਣਾ, ਵੱਡੇ ਵੱਡੇ ਦੁੱਖ ਸੁੱਖਾਂ ਦੇ ਵਿੱਚ ਬਦਲ ਜਾਣਗੇ। ਪਰਮੇਸ਼ਰ ਦੇ ਸਿਮਰਨ ਦੇ ਨਾਲ ਦੁੱਖ ਸੁੱਖ ਵਿੱਚ ਬਦਲ ਜਾਂਦਾ ਹੈ। ਦੁਰਵਚਨ ਭੇਦ ਭਰਮੰ, ਸਾਖਤ ਪਿਸਨਨ ਤਸ ਰਿਣੈ। ਪਿਸਨਨ ਚੁਗਲੀ ਕਰਨ ਵਾਲਾ, ਚੁਗਲ। ਮਾਰ ਕਹਿੰਦੇ ਜਿਹੜਾ ਇਹ ਲੋਕ ਦੁਰਵਚਨ ਭੇਦ ਭਰਮੰ, ਭੈੜੇ ਵਚਨ ਬੋਲ ਕੇ ਦੂਜਿਆਂ ਦਾ ਦਿਲ ਦਿਖਾਉਂਦੇ ਹਨ। ਕਹਿੰਦੇ ਇਹਨੇ ਤਾਂ ਇਹੋ ਜਿਹੀ ਗੱਲ ਕਰਤੀ, ਮੇਰਾ ਦਿਲ ਦਿਖਾ ਦਿੱਤਾ, ਮੇਰਾ ਤੇ ਸਭ ਵੇਖਣ ਨੂੰ ਜੀ ਨਹੀਂ ਕਰਦਾ। ਅੱਜ ਇਹ ਲੋਕ ਇਸ ਸੰਸਾਰ ਦੇ ਵਿੱਚ ਹੀ ਹਨ। ਅੱਜ ਇਹ ਸਖਤ ਲੋਕ, ਸਖਤ ਸ਼ਬਦ ਵਰਤਿਆ ਹੈ ਰੱਬ ਨੂੰ ਭੁੱਲੇ ਹੋਏ, ਉਹ ਵੀ ਸੁਰਜਣਾ ਦੇਵਤਿਆਂ ਵਰਗੇ ਬਣ ਜਾਂਦੇ ਹਨ। ਜੀਵਨ ਉਹਨਾਂ ਦਾ ਦੇਵਤਿਆਂ ਵਰਗਾ ਬਣ ਜਾਂਦਾ ਹੈ। ਅਸਥਿਤੰ ਸੋਗ ਹਰਖੰ, ਭੈ ਖੀੜੰ ਤਾਂ ਨਿਰਭਵੈ। ਅਸਥਿਤੰ ਟਿਕਾਓ ਆ ਜਾਂਦਾ ਹੈ। ਸੋਗ ਹਰਖੰ, ਸੋਗ ਜਿਹੜਾ ਹੈ ਖੁਸ਼ੀ ਵਿੱਚ ਬਦਲ ਜਾਂਦਾ ਹੈ। ਚਿੰਤਾ ਜਿਹੜੀ ਹੈ ਖੁਸ਼ੀ ਵਿੱਚ ਬਦਲ ਜਾਂਦੀ ਹੈ। ਖੀਣ, ਭੈ ਖੀਣੰ ਤਾਂ ਨਿਰਭਵੈ, ਭੈ ਦਾ ਨਾਸ਼ ਹੋ ਜਾਂਦਾ ਹੈ। ਅਜਿਹਾ ਇਨਸਾਨ ਜਿਹੜਾ ਹੈ ਉਹ ਨਿਰਭਉ ਹੋ ਜਾਂਦਾ ਹੈ। ਪੈ ਕਵੀਨ ਮਹਾਨਗਰ ਵਾਸਨ, ਧਰਮ ਲਖਿਅਨ ਪ੍ਰਮਇਆ। ਪੈ ਕਵੀਨ ਬੜਾ ਹੀ ਡਰਪੋਕ ਬੰਦਾ ਹੈ, ਕਿਤੇ ਬਾਹਰ ਘਰੋਂ ਨਿਕਲਣ ਨੂੰ ਜੀ ਨਹੀਂ ਕਰਦਾ ਹੈ। ਹਯਾ ਨਾ ਹੋ ਜਾਏ, ਹਯਾ ਨਾ ਹੋ ਜਾਵੇ। ਜਾਂ ਅਕਵੀਨ ਦਾ ਅਰਥ ਜੰਗਲ ਵੀ ਹੈ, ਭਿਆਨਕ ਜੰਗਲ। ਇਹੋ ਜਿਹੀ ਥਾਂ ਤੇ ਚਲੇ ਗਿਆ ਹੈ ਜਿੱਥੇ ਕੋਈ ਰਸਤਾ ਨਹੀਂ ਦਿਸਦਾ ਹੈ, ਡਰਾਉਣੀਆਂ ਆਵਾਜ਼ਾਂ ਆਉਂਦੀਆਂ ਹਨ, ਬੜਾ ਕਰ ਰਿਹਾ ਹੈ। ਮਹਾਨਗਰ ਵਾਸਨ, ਉਹ ਇੰਝ ਜਾਪਣ ਲੱਗ ਪੈਂਦਾ ਹੈ ਜਿਵੇਂ ਬਹੁਤ ਹੀ ਵੱਡਾ ਨਗਰ, ਸ਼ਹਿਰ ਵਸ ਰਿਹਾ ਹੋਵੇ। ਪਰ ਭਿਆਨਕ ਜੰਗਲ ਵੀ ਜਿਹੜਾ ਹੈ ਉਹ ਵੀ ਜਿਹੜਾ ਹੈ ਉਹ ਇਸ ਤਰ੍ਹਾਂ ਜਾਪਦਾ ਹੈ। ਧਰਮ ਲਖਣ ਪ੍ਰਮਇਆ, ਇਹ ਹਨ ਧਰਮ ਦੇ ਲੱਛਣ। ਸਿਮਰਨ ਕਰਨ ਵਾਲਿਆਂ ਦੇ ਜੀਵਨ ਵਿੱਚ ਆਹ ਤਬਦੀਲੀ ਆਉਂਦੀ ਹੈ। ਮਹਾਰਾਜ ਨੇ ਕਿਹਾ ਸਾਧ ਸੰਗਮ ਰਾਮ ਰਾਮ ਰਮਣੰ, ਸ਼ਰਨ ਨਾਨਕ ਹਰਿ ਹਰਿ ਦਇਆਲ ਚਰਣੰ। ਜਿਹੜੇ ਸਤਸੰਗ ਦਾ ਆਸਰਾ ਲੈ ਕੇ, ਦੇਖੋ ਮੁੜ ਮੁੜ ਕੇ ਹਰ ਇੱਕ ਸਲੋਕਾਂ 'ਚ ਗੱਲ ਆ ਰਹੀ ਹੈ, ਤਾਂ ਹੀ ਇਹਨਾਂ ਸਲੋਕਾਂ ਦੀ ਤਾਂ ਹੀ ਵਿਚਾਰ ਕਦੀ ਕਰਦੇ ਹੀ ਨਹੀਂ, ਕੋਈ ਪੜ੍ਹਦੇ ਹੀ ਨਹੀਂ ਹਨ, ਸਾਰੇ ਛੱਡ ਦਿੰਦੇ ਹਨ। ਇਹ ਤਾਂ ਹੀ ਵਿਚਾਰ ਸ਼ੁਰੂ ਕੀਤੇ ਹੈ ਕਿ ਸਾਨੂੰ ਸੰਗਤ ਦੀ ਮਹਾਨਤਾ ਦਾ ਪਤਾ। ਸਭ ਤੋਂ ਵੱਡੀ ਕਮਜ਼ੋਰੀ ਸਾਡੀ ਕਿਹੜੀ ਆ ਗਈ ਹੈ ਕਿ ਸਤਸੰਗੀ ਨਹੀਂ ਰਹੇ ਸੀ। ਸਤਸੰਗ, ਜਿਸ ਗੱਲ ਨੂੰ ਮਹਾਰਾਜ ਨੇ ਸਭ ਤੋਂ ਜ਼ਿਆਦਾ ਮਹਾਨਤਾ ਦਿੱਤੀ ਸੀ, ਉਸੇ ਟੁਕੇ। ਪਾਠ ਕਰਨਾ ਹੈ ਜੀ, ਘਰੇ ਸੁਣਨਾ, ਕਥਾ ਸੁਣਨੀ ਹੈ ਜੀ, ਆ ਜਾਂਦੀ ਹੈ, ਤਾਂ ਘਰੇ ਹੀ ਆ ਜਾਂਦੀ ਹੈ। ਮੋਬਾਈਲ ਦੇ ਤੇ ਘਰੇ ਸੁਣਨਾ, ਕੀ ਕਰਨਾ ਹੈ ਜਾ ਕੇ। ਸਰੋਵਰ ਦੇ ਵਿੱਚ ਨਹੀਂ ਵੜੋਗੇ ਤਾਂ ਬੈਰ ਨਹੀਂ ਲੱਥੇਗੀ, ਠੰਡ ਨਹੀਂ ਪਵੇਗੀ। ਇਹ ਸਰੋਵਰ ਹੈ, ਸਤਸੰਗ ਸਰੋਵਰ। ਮੋਬਾਈਲ ਤਾਂ ਨਹੀਂ ਕੁਛ, ਮੋਬਾਈਲ ਦੇ ਵਿੱਚ ਭਾਵੇਂ ਸ਼ਬਦ ਚੱਲ ਰਿਹਾ ਹੈ, ਮੋਬਾਈਲ ਸਰੋਵਰ ਨਹੀਂ ਹੈ। ਇਕੱਲੇ ਹੋ ਤੁਸੀਂ, ਉਹ ਵੀ ਜਿਸ ਸਤਿਕਾਰ ਦੇ ਨਾਲ ਤੁਸੀਂ ਘਰ ਬੈਠ ਕੇ ਸੁਣਦੇ ਹੋ ਉਹ ਸਾਰਿਆਂ ਨੂੰ ਪਤਾ। ਜਿਵੇਂ ਟੈਲੀਵਿਜ਼ਨ ਦੇ ਸਾਹਮਣੇ ਬੈਠ ਕੇ ਕਥਾ ਕੀਰਤਨ ਸੁਣਦੇ ਹੋ, ਸਭ ਨੂੰ ਪਤਾ। ਆਪਣੇ ਆਪ ਨੂੰ ਸਾਨੂੰ ਸਾਰਿਆਂ ਨੂੰ ਪਤਾ, ਜਿਸ ਤਰ੍ਹਾਂ ਦਾ ਹਾਲਾਤ ਜਿਸ ਹਾਲਤ ਵਿੱਚ ਕਰਦੇ। ਮਾਰੇ ਕਹਿੰਦੇ ਕਿ ਵਾਹਿਗੁਰੂ ਦਿਆਲੂ ਹੈ, ਉਸ ਦੇ ਚਰਨਾਂ ਦਾ ਆਸਰਾ ਲੈਣ ਦੇ ਨਾਲ, ਸਤਸੰਗ ਦੇ ਵਿੱਚ ਦੇ ਆਸਰੇ ਨਾਲ, ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਆਹ ਜਿਹੜੇ ਗੁਣ ਹਨ ਉਸ ਇਨਸਾਨ ਦੇ ਵਿੱਚ ਆ ਜਾਂਦੇ।
ਸੋ ਆਪਾਂ ਸਰਵਣ ਕਰ ਰਹੇ ਸੀ ਸਿੱਖ ਇਤਿਹਾਸ ਦੇ ਵਿੱਚ ਆਹ ਜਿਹੜੇ ਦਿਨ ਹਨ, ਇਹਨੂੰ 7 ਦਿਨਾਂ ਦਾ ਸਪਤਾਹ ਕਹਿੰਦੇ ਹਨ। ਇਹ ਸਪਤਾਹ ਜਿਹੜਾ ਹੈ ਕੱਲ੍ਹ ਤੋਂ ਸ਼ੁਰੂ ਹੋ ਗਿਆ ਹੈ। 7 ਉਹ ਕੱਲ੍ਹ ਸੀ, ਕੱਲ੍ਹ ਤੋਂ ਇਹ ਸ਼ੁਰੂ ਹੋਇਆ ਹੈ। ਇਹ ਬੜਾ ਹੀ ਦਰਦਨਾਕ ਇਤਿਹਾਸ ਹੈ। ਵੀਰ ਰਸ ਵੀ ਪੈਦਾ ਕਰਦਾ ਹੈ, ਨਾਲ ਨਾਲ ਗੁਰੂ ਦੀ ਬਹਾਦਰੀ, ਗੁਰੂ ਦੇ ਸਿੰਘਾਂ ਦੀ ਬਹਾਦਰੀ ਜਿਹੜੀ ਹੈ, ਜਦੋਂ ਉਹ ਯਾਦ ਆਉਂਦੀ ਹੈ ਤਾਂ ਉਸ ਵੇਲੇ ਵੀਰ ਰਸ ਵੀ ਪੈਦਾ ਹੁੰਦਾ। ਇਸ ਦੇ ਨਾਲ ਹੀ ਜਦੋਂ ਦੁੱਖ ਝੱਲਦੇ ਹਨ, ਜੋ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਦੀ ਲੰਘੇ ਮਹਾਰਾਜ, ਜਦੋਂ ਉਹ ਗੱਲਾਂ ਯਾਦ ਆਉਂਦੀਆਂ ਹਨ ਤਾਂ ਦਰਦ ਵੀ ਪੈਦਾ ਹੁੰਦਾ ਹੈ। ਦੋਵੇਂ ਗੱਲਾਂ ਗੁਰਮਤਿ ਵਿੱਚ ਆਪਾਂ ਹੁਣੇ ਸੁਣ ਰਹੇ ਸੀ, ਦੋਨੋਂ ਅਵਸਥਾ ਨੂੰ ਸਮ ਕਿਹਾ ਹੈ। ਸੁਖ ਹੈ ਚਾਹੇ ਦੁੱਖ ਹੈ, ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁਖ ਸਨੇਹ ਹਰ ਪੈ ਨਹੀਂ ਜਾता है कंचन मान। ये जीवन है, ये आदर्श ऐसा है। तैसा हर्ष तैसा सोग सदा आनंद नहीं जियो। दोनों गल्लां विच बराबर है। औखा काम है औखा काम है, सब तो औखा काम है। लेकिन गुरु दे सिख ने जतन करना है, जतन नहीं करना। यह प्रेरणा मिलती है इन्होंने। कल चमकौर की गढ़ी महाराज हाजिर हो गए। 40 सिंह हैं, दोवें बड़े साहिबजादे बाबा अजीत सिंह जी, जुझार सिंह जी हैं। कल तैयारी होती रही सारी रात। महाराज ने आप सिंघां नूं कहा, क्यों कई दिनों से सुते नहीं सन, अनिंदरे सन, तैयारियां हो रही सी, पता नहीं की हो जाना। जदों इहो जिहे हालात होणगे नींद नहीं आती। थके हुए सन, भुखे सन। फिर आनंदपुर साहिब तो इन्नी ठंड दे विच चले, इत्थे पहुंचे, किस हालात घोड़े भी थके हुए सन, किस हालात में सन। ये सोचण ते गल लगता है। जदों थोड़ा जिहा ध्यान इस पासे लईए फिर एहसास होता है। आओ अपनी सुरती नूं श्री चमकौर साहिब लैके सुरत नूं लैके चलीए। इस वेले साडे सामने वो सीन आना चाहिए है जो भाणा चमकौर साहिब दी वरतया, जो इतिहास चमकौर साहिब का बनया। और अजिहा इतिहास बनया है कि दुनिया दे विच जे कोई तीर्थ है, जिसनूं तीर्थ मन्निया जाता है, तो वो कहते हैं वो तीर्थ है श्री चमकौर साहिब। जो उत्थे जाके नमस्कार करके नहीं जिंदगी जाया, समझ लो उसने कुछ भी नहीं खटिया। जो दुनिया तीर्थ है, तीर्थ बड़े हैं, इसमें महान तीर्थ माने है। रात सिंघां नूं महाराज ने कहा कि तुसीं थोड़ा आराम कर लो। बिस्तरे तो नहीं सन, कोई होर पता नहीं मंजा होवे कि ना होवे। थे है तो घर सी, हवेली सी, छोटा किला सी। घोड़ियां दीयां काठियां नूं ला के सिंघां ने उन्हां नूं इक आसना बनाया। ਉਹਦੇ सहारे दे नाल ही ਜਿਹੜੇ कंबल सन कोल, उन्हां कंबलां उत्ते लै के लम्मे पै रहे। साहिबजादे भी आराम विच, बच्चे सन, इस करके उन्हां नूं नींद आई। ਜਿਹੜੇ ਪਹਿਰੇਦਾਰ सन ਵੱਡੇ गेट ਦੇ उत्ते ते छोटे गेट ते, महाराज ने उन्हां नूं कहा, गुरु दे प्यारिओ तुसीं भी थोड़ा समा आराम कर लो, तुसीं भी थके हो, मैं पहरा देना। अज रात गुरु महाराज पहरा देंदे रहे। सिंघां नूं कहा किन्ना तरस है, किन्ना प्यार है। ये भी इतिहास विच आया है कि गुरु महाराज कले कले सिंह दे कोल जाके बहिंदे, उसके चेहरे वाल वेखदे और चेहरे वाल वेख के परमेश्वर वाल ध्यान दे जांदे।
फिर सच्चे पातशाह ਇਹੋ ਜਿਹੇ ਸਿੰਘ ਮੈਨੂੰ ਤੂੰ ਦਿੱਤੇ ਹਨ ਜਿਹੜੇ ਜਾਨਾਂ ਵਾਲ ਵਾਸਤੇ ਤਿਆਰ ਹਨ। ਇੰਝ ਰਾਤ ਹੋਈ ਹੈ, ਆ ਦਿਨ ਚੜ੍ਹਿਆ ਹੈ। ਇਸ ਵੇਲੇ ਤੋਂ ਯੁੱਧ ਸ਼ੁਰੂ ਹੋ ਗਿਆ ਹੈ। ਉਹ ਤਾਂ ਦੁਸ਼ਮਣ ਨੂੰ ਹੀ ਸੋਚਦੇ ਸਨ ਕੁਛ ਨਾ ਕੁਛ ਹੋਣਾ ਚਾਹੀਦਾ ਹੈ, ਘੇਰਾ ਪਾ ਕੇ ਬੈਠੇ ਸਨ। ਇੱਧਰ ਗੁਰੂ ਮਹਾਰਾਜ ਵੀ ਕੋਈ ਕੌਤਕ ਕਰਨਾ ਚਾਹੁੰਦੇ ਸਨ। ਕੀ ਵਿਚਾਰ ਕੀਤੀ ਮਹਾਰਾਜ ਨੇ, ਕੀ ਤਰੀਕਾ ਵਰਤਿਆ ਯੁੱਧ ਦਾ। ਬਾਹਰ ਨਿਕਲ ਕੇ ਸਾਰੇ ਲੜ ਨਹੀਂ ਸਨ ਸਕਦੇ, ਕੁਛ ਬਹੁਤਾ ਦੁਸ਼ਮਣ ਦਾ ਯੁੱਧ ਕੀ ਹੈ, ਯੁੱਧ ਦੇ ਵਿੱਚ ਦੁਸ਼ਮਣ ਦਾ ਵੱਧ ਤੋਂ ਵੱਧ ਨੁਕਸਾਨ ਕਰਨਾ ਹੈ, ਇਹਨੂੰ ਯੁੱਧ ਕਹਿੰਦੇ। ਸੋ 5-5 ਦੇ ਜਥੇ ਬਣਾਏ ਮਹਾਰਾਜ, 5-5 ਦੇ ਜਥੇ ਬਣਾ ਕੇ ਬਾਹਰ ਭੇਜਦੇ। ਦੁਸ਼ਮਣ ਦੇ ਜਾ ਕੇ ਵੜ ਜਾਂਦੇ, ਚਾਰੇ ਪਾਸੇ ਦੁਸ਼ਮਣ ਘੇਰਾ ਪਾ ਲੈਂਦੇ। ਉਹ ਸਿੰਘ ਜੂਝਦੇ ਹੋਏ ਸ਼ਹੀਦ ਹੋ ਜਾਂਦੇ। ਮਹਾਰਾਜ ਸਾਰਾ ਕੌਤਕ ਵੇਖ ਰਹੇ ਸਨ ਉੱਤੇ ਬੈਠੇ ਅਟਾਰੀ ਦੇ ਵਿੱਚ, ਇਹ ਸਭ ਕੁਝ ਵੇਖ ਰਹੇ ਸਨ। ਇੰਝ 5-5 ਦੇ ਜਥੇ ਜਾਂਦੇ ਰਹੇ। ਜਦੋਂ 5 ਸਿੰਘ ਰਹਿ ਗਏ, ਫਿਰ ਮਹਾਰਾਜ ਨੇ ਪੰਜ ਸਿੰਘ ਨਹੀਂ, 10 ਤੇ 5 15 ਸਿੰਘ ਰਹਿ ਗਏ ਸਨ 40 ਦੇ ਵਿੱਚ। ਫਿਰ ਮਹਾਰਾਜ ਨੇ ਸਾਹਿਬਜ਼ਾਦਾ ਅਜੀਤ ਸਿੰਘ ਵੱਲ ਵੇਖਿਆ ਔਰ ਉਸ ਨੂੰ ਥਾਪੜਾ ਦਿੱਤਾ, ਆਪਣੀ ਬਰਸ਼ੀ ਉਸ ਦੇ ਹੱਥੇ ਫੜਾਈ। ਜਾ ਅਜੀਤ ਸਿੰਘ, ਤੇਰਾ ਨਾਮ ਹੀ ਅਜੀਤ ਸਿੰਘ ਹੈ, ਜੰਗ 'ਚ ਫਤਿਹ ਪਾਉਣੀ ਹੈ। 5 ਸਿੰਘਾਂ ਨਾਲ ਦਿੱਤਾ, ਬਾਹਰ ਨਿਕਲੇ, ਦੁਸ਼ਮਣ ਵਿੱਚ ਘੁਸ ਗਏ। ਔਰ ਫਿਰ ਉਹੀ ਕੁਛ ਹੋਇਆ ਜੋ ਪਹਿਲਾਂ ਹੁੰਦਾ ਸੀ। ਘੇਰਾ ਪਿਆ, ਸਾਰਿਆਂ ਨੇ ਹੀ ਵਾਰ ਕੀਤੇ ਚਾਰੇ ਪਾਸਿਆਂ ਹੀ। ਔਰ ਇਹ ਬਾਬਾ ਅਜੀਤ ਸਿੰਘ ਜੀ ਦੇ ਸਮੇਤ ਇਹ ਵੀ ਸਿੰਘ ਜਿਹੜੇ ਸੀ ਇਹ ਵੀ ਸ਼ਹੀਦ ਹੋ ਗਏ। ਇਤਿਹਾਸ ਵਿੱਚ ਆਇਆ ਹੈ ਕਿ ਜਿਸ ਵੇਲੇ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ, ਉਸ ਵੇਲੇ ਦਸਮ ਪਾਤਸ਼ਾਹ ਨੇ ਅਟਾਰੀ ਵਿੱਚੋਂ ਜੈਕਾਰਾ ਬੁਲਾਇਆ, ਅਫਸੋਸ ਨਹੀਂ ਕੀਤਾ। ਫਿਰ ਬਾਬਾ ਜੁਝਾਰ ਸਿੰਘ ਜੀ, ਛੋਟੇ ਵੱਡਿਆਂ ਦੀ ਉਮਰ 17 ਸਾਲ ਲਿਖੀ ਹੈ, ਬਾਬਾ ਜੁਝਾਰ ਸਿੰਘ ਜੀ ਦੀ ਉਮਰ 14 ਸਾਲ ਲਿਖੀ ਹੈ। ਇਤਿਹਾਸ ਵਿੱਚ ਤਾਂ ਆਇਆ ਹੈ ਕਿ ਬਾਬਾ ਜੁਝਾਰ ਸਿੰਘ ਜੀ ਨੇ ਆਪ ਬੇਨਤੀ ਕੀਤੀ ਮਹਾਰਾਜ ਨੂੰ ਕਿ ਮਹਾਰਾਜ ਹੁਣ ਮੈਨੂੰ ਵੀ ਭੇਜੋ। 5 ਸਿੰਘ ਉਹਦੇ ਨਾਲ ਭੇਜੇ। ਉਸੇ ਤਰ੍ਹਾਂ ਹੀ ਸੂਰਮਿਆਂ ਵਾਲੀ ਮੌਤ, ਸੂਰਮਿਆਂ ਵਾਂਗ ਜੂਝਦੇ ਹੋਏ ਬਾਬਾ ਜੁਝਾਰ ਸਿੰਘ ਵੀ ਜਿਹੜੇ ਹਨ ਨਾਲ 5 ਸਿੰਘਾਂ ਦੇ, ਉਹ ਵੀ ਸ਼ਹੀਦੀ ਪਾ ਗਏ। ਸਤਿਗੁਰੂ ਜੀ ਨੇ ਸੋਚਿਆ ਕਿ ਹੁਣ ਆਪਾਂ ਨੂੰ ਵੀ ਜੁਝਣਾ ਚਾਹੀਦਾ ਹੈ, ਕਿਉਂਕਿ ਮਹਾਰਾਜ ਦਾ ਉਪਦੇਸ਼ ਇਹ ਸੀ, जब आपकी ओर निदान बने अत हिरण में तब। ਸਿੰਘਾਂ ਨੇ ਸੋਚਿਆ ਕਿ ਜੇ ਮਹਾਰਾਜ ਵੀ ਸ਼ਹੀਦੀ ਪਾ ਗਏ ਤਾਂ ਜਿਹੜਾ ਖਾਲਸਾ ਪੰਥ ਹੈ ਇਸ ਦਾ ਕੌਣ ਬਾਦੀ ਵਾਰਸ ਹੋਏਗਾ, ਆਪੋ ਤਾਂ ਵੀ ਪਏਗੀ। ਉਹ ਸਿੰਘ ਬਾਹਰ ਤਾਂ ਹੈ ਸਨ, ਸਾਹਮਣੇ ਨਹੀਂ ਸਨ ਆ ਰਹੇ ਭਾਵੇਂ, ਲੇਕਿਨ ਸਿੱਖੀ ਘਰਾਂ ਦੇ ਵਿੱਚ ਤਾਂ ਹੈ ਸੀ, ਦੂਰ ਦੂਰ ਤੱਕ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਹੈ ਸੀ। ਜੇ ਮਹਾਰਾਜ ਬਚ ਜਾਣ, ਨਿਕਲ ਜਾਣ ਕਿਸੇ ਤਰੀਕੇ ਨਾਲ ਸਮਰੱਥ ਹਨ, ਤਾਂ ਇਹ ਜ਼ਰੂਰ ਪੰਥ ਨੂੰ ਫਿਰ ਇਕੱਠਾ ਕਰ ਲੈਣਗੇ, ਪੰਥ ਨੂੰ ਚੜ੍ਹਦੀ ਕਲਾ ਵਿੱਚ ਕਰਨਗੇ। ਜਿਵੇਂ ਅਨੰਦਪੁਰ ਸਾਹਿਬ ਬੇਨਤੀ ਕੀਤੀ ਸੀ ਪੰਜਾਂ ਨੇ ਰਲ ਕੇ, ਇਸੇ ਤਰ੍ਹਾਂ ਹੀ ਪੰਜਾਂ ਨੇ ਰਲ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਮਹਾਰਾਜ ਪੰਥ ਦੇ ਭਲੇ ਵਾਸਤੇ ਤੁਹਾਡਾ ਗੜੀ ਵਿੱਚੋਂ ਨਿਕਲਣਾ ਬਹੁਤ ਜ਼ਰੂਰੀ ਹੈ। ਮਹਾਰਾਜ ਨੇ ਪੰਜਾਂ ਦੇ ਅੱਗੇ ਫਿਰ ਸਿਰ ਨਵਾਇਆ, ਕਿਉਂਕਿ ਪੰਜਾਂ ਨੂੰ ਪ੍ਰਵਾਨ ਕੀਤਾ ਹੋਇਆ ਸੀ। ਪੰਜਾਂ ਦੇ ਤੇ ਕਿੰਤੂ ਨਹੀਂ ਸੀ ਮਹਾਰਾਜ ਕਰਦੇ, ਜੋ ਕਹਿਤਾ ਉਸ ਨੂੰ ਪ੍ਰਵਾਨ ਕਰ ਦਿੱਤਾ। ਵਿਉਂਤ ਬਣਾਈ, ਅੱਜ ਯੁੱਧ ਹੋਇਆ ਹੈ। ਦੇਖੋ ਅੱਜ ਇਹ ਯੁੱਧ ਹੋਇਆ, ਅੱਜ ਸਾਰਾ ਦਿਨ ਇਸੇ ਵਿੱਚ ਲੰਘਿਆ। ਅੱਜ ਜਿਹੜੀ ਹੁਣ ਵਾਲੀ ਰਾਤ ਆਉਣੀ ਹੈ, ਦੇਖ ਲਓ ਅੱਜ ਦੀ ਰਾਤ ਵੱਡੇ ਸਾਹਿਬਜ਼ਾਦਿਆਂ ਦੇ ਨਾਲ 40 ਸਿੰਘਾਂ ਨਾਲ ਬਤਾ ਰਹੇ ਹਨ। ਇਸ ਤੋਂ ਪਹਿਲੀ ਰਾਤ ਜਿਹੜੀ ਸੀ ਉਸ ਦਿਨ ਪਰਿਵਾਰ ਇਕੱਠਾ ਸੀ,
पर सरसा नदी उत्ते आके विछड़ गया। इथों ये विछोड़े की रात है। फिर अज की जी हुण रात आनी है, इस रात महाराज किवें वियोंतबंदी करते हैं। तीन ਸਿੰਘਾਂ ਨੂੰ ਨਾਲ ਲੈਂਦੇ ਹਨ। भाई संगत सिंह जी के शीश ते कलगी सजाते हैं, उस अटारी च बिठाते हैं। ये युद्ध करने का तरीका है, फौजी लोग जानते हैं इस गल में, आम आदमी को समझ नहीं आती। दुश्मन के घेरे तो निकलना किवें है? महाराज ने हथियार नहीं सुटे, हार नहीं मनी, लेकिन दुश्मन के घेरे से निकलना यह भी एक बड़ी कामयाबी है, भी विजेता है। वियों ते बनाई अज रात को निकलने की कि भाई मान सिंह, भाई दया सिंह, भाई धर्म सिंह इन्हों कहा कि तुसीं तीन दिशावां में वखरियां जाना है। मैं पूर्व की दिशा जावांगा, और जे बच के घेरे चों निकल गए तो मैं सीधा ही माछीवाड़े के जंगल के विच गुलाबे मसंद का जो खूह है उस खूह के उत्ते जावांगा। तुसीं भी जे बच के निकल आए घेरे विचों, तुसां भी इस तरीके दे नाल तारिਆਂ ਦੇ हिसाब के नाल ही चलते सन। उस वेले तां जंगल सी सारा ही, तुसां भी उत्थे पहुँच जाना। जे फिर इकट्ठे हो गए फिर अगे दी वियोंत बनाओगे। सो इस तरीके दे नाल महाराज ताड़ी साहिब गुरुद्वारा है चमकौर साहिब, ताड़ी मार के महाराज बाहर निकले, दुश्मनों को उगार के निकले कि आओ सिखा का गुरु चलिया है, जे हिम्मत है। तिना ਸਿੰਘਾਂ ने भी इस तरह तिना दिशावां तो ताड़ी मारी। रात सी, हनेरे विच जो दुश्मन ने आवाज़ सुनी महाराज की तो एकदम घबराए हुए उठे, शस्त्र लैके भजे। जो एक पासों आवाज़ आई उस पासे नूं भजे पूर्व वालों, दूसरे पश्चिम वाले पासों सिंह ने आवाज़ दे दी इधर गुरु इधर दी चलिया। तो उस पासे नूं भज पे। इस तरह ही उत्तर वालों जी सी भाई साहब ने दी आवाज़, भाई मान सिंह ने, इस तरह दक्षिण वाले पासे भाई धर्म सिंह जी ने आवाज़ दी। इस तरीके दे नाल दुश्मन आपस में भिड़ते रह गए। महाराज उन्होंने तीन सिंह जिहड़े सन इस घेरे विच निकल गए। कल का जो है ये इतिहास चमकौर साहिब का कल भी चलेगा। इस तो अगे दूसरा पासा है जी अज की रात है, ये छोटे साहिबजादियां ने अते माता गुजरी जी ने एक गुम्मे माशी की झोंपड़ी सी जी उस कटी है। उसने बड़ी सेवा की, बहुत सेवा की। सो नाल गंगू पंडित सी, ये भी नाल ही सी। ਇਹਦੇ ਤੇ महाराज ने भरोसा किया सी। दास ने पहला ही बेनती की सी, चंदू गंगू वर्गे जिहड़े लोग हैं, सुच्चे आनंद वर्गे लोग हैं, इन्हां तो सावधान रहना। और इन्होंने दगा किया संसार च अजिहे लोग हैं, लेकिन मोती लाल मेहरे वर्गे, डोगर मल वर्गे, गुम्मे माछी वर्गे जिहड़े लोग हैं, उन्होंने सत्कार करना है, प्यार उन्होंने करना है। सतगुरु जी कृपा कर कल भी चमकौर साहिब का इतिहास आप फिर अपने सुरती चमकौर साहिब सारे प्यार के नाल एक बार अपनी सुरत में चमकौर साहिब जाके उन्होंने शहीदों सारे नमस्कार करो। जकारा बोलो कर जी सत श्री अकाल। वाहिगुरू जी का खालसा, वाहिगुरू जी की फतेह। ठाकुर